हाँ जी, स्वागत है ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨ ਚੈਨਲ ਤੇ। ਅੱਜ ਆਪਾਂ ਗੱਲ ਕਰਾਂਗੇ ਜਮਾਤ 9ਵੀਂ ਦੀ ਜੋ ਸਮਾਜਿਕ ਸਿੱਖਿਆ ਦੀ ਤੁਹਾਨੂੰ ਵਰਕ ਬੁੱਕ ਮਿਲੀ ਹੈ ਉਸ ਦੇ ਪਾਠ ਨੰਬਰ 11 ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ। ਤਾਂ ਤੁਸੀਂ ਇਸ ਪਾਠ ਦੇ ਹੱਲ ਨੂੰ ਧਿਆਨ ਨਾਲ ਵੇਖਣਾਗਾ ਤੇ ਆਪਣੀ ਵਰਕ ਬੁੱਕ ਦੇ ਉੱਪਰ ਨੋਟ ਕਰ ਲੈਣਾਗਾ। ਤਾਂ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਹੱਲ ਕਰਾਂਗੇ ਬਹੁ ਵਿਕਲਪੀ ਪ੍ਰਸ਼ਨ। ਪ੍ਰਸ਼ਨ ਨੰਬਰ 1 ਹੈ ਆਪਣੇ ਕੋਲ, ਮਸੌਦਾ ਕਮੇਟੀ ਦੇ ਪ੍ਰਧਾਨ ਸਨ। ਹਾਂਜੀ, ਮਸੌਦਾ ਕਮੇਟੀ ਬਣਾਈ ਗਈ ਸੀ ਇੱਕ ਖਰੜਾ ਕਮੇਟੀ ਸੰਵਿਧਾਨ ਨੂੰ ਲਿਖਣ ਦੇ ਲਈ। ਤਾਂ ਇਸ ਕਮੇਟੀ ਦੇ ਪ੍ਰਧਾਨ ਸੀ ਡਾਕਟਰ BR ਅੰਬੇਦਕਰ, ਡਾਕਟਰ ਭੀਮ ਰਾਓ ਅੰਬੇਦਕਰ ਜੀ। ਨੰਬਰ 2, ਭਾਰਤੀ ਸੰਵਿਧਾਨ ਵਿਚਲੇ ਨਿਰਦੇਸ਼ਕ ਸਿਧਾਂਤ ਇਸ ਦੇਸ਼ ਦੇ ਸੰਵਿਧਾਨ ਤੋਂ ਲਏ ਗਏ। ਹਾਂਜੀ, ਨਿਰਦੇਸ਼ਕ ਸਿਧਾਂਤ ਲਏ ਗਏ ਸੀ ਆਇਰਲੈਂਡ ਦੇ ਸੰਵਿਧਾਨ ਤੋਂ। ਨੰਬਰ 3, ਭਾਰਤੀ ਸੰਵਿਧਾਨ ਵਿੱਚ ਸਮਾਜਵਾਦ, ਧਰਮ ਨਿਰਪੱਖਤਾ ਅਤੇ ਅਖੰਡਤਾ ਸ਼ਬਦਾਂ ਨੂੰ ਸ਼ਾਮਿਲ ਕੀਤਾ ਗਿਆ। ਹਾਂਜੀ, ਇਹ ਜਿਹੜੇ ਸ਼ਬਦ ਸੀ ਇਹ 42ਵੀਂ ਸੋਧ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ। ਸੋਧ ਮੀਨਸ ਅਮੈਂਡਮੈਂਟ। ਨੰਬਰ 4, ਭਾਰਤ ਦੀ ਵੰਡ ਦੀ ਘੋਸ਼ਣਾ ਕਦੋਂ ਕੀਤੀ ਗਈ? ਹਾਂਜੀ, ਭਾਰਤ ਦੀ ਵੰਡ ਦੀ ਘੋਸ਼ਣਾ ਕੀਤੀ ਗਈ ਸੀ 3 ਜੂਨ 1947। ਵੰਡ ਹੋਈ ਸੀ 15 ਅਗਸਤ 1947, ਪਰ ਘੋਸ਼ਣਾ ਸੀ ਜਿਹੜੀ 3 ਜੂਨ 1947 ਨੂੰ ਕਰ ਦਿੱਤੀ ਗਈ ਸੀ। ਪ੍ਰਸ਼ਨ ਨੰਬਰ 5, ਭਾਰਤੀ ਸੰਵਿਧਾਨ ਦੀ 42ਵੀਂ ਸੋਧ ਇਸ ਸਾਲ ਕੀਤੀ ਗਈ। ਹਾਂਜੀ, ਇੱਥੇ ਆਪਸ਼ਨ ਸਹੀ ਨਹੀਂ ਹੈ ਵੀ 42ਵੀਂ ਜਿਹੜੀ ਸੋਧ ਹੋਈ ਸੀ ਇਹ ਹੋਈ ਸੀ 1976 ਦੇ ਵਿੱਚ, 1976। ਠੀਕ ਹੈ, ਤਾਂ ਇੱਥੇ ਆਪਸ਼ਨ ਨਹੀਂ ਹੈ ਕੋਈ ਵੀ ਸਹੀ, ਤੁਸੀਂ ਵੱਖਰੇ ਤੌਰ ਤੇ ਲਿਖ ਲਿਓ। 42ਵੀਂ ਜਿਹੜੀ ਸੋਧ ਸੀ ਇਹ 1976 ਦੇ ਵਿੱਚ ਹੋਈ ਸੀ। ਨੰਬਰ 6, ਤੁਸੀਂ ਜਿਸ ਦੇਸ਼ ਵਿੱਚ ਰਹਿੰਦੇ ਹੋ ਉਸ ਦਾ ਸੰਵਿਧਾਨ ਦੁਨੀਆ ਭਰ ਵਿੱਚ ਸਭ ਤੋਂ ਲੰਬਾ ਤੇ ਵਿਸਤ੍ਰਿਤ ਸੰਵਿਧਾਨ ਹੈ। ਦੱਸੋ ਤੁਸੀਂ ਕਿਸ ਦੇਸ਼ ਦੇ ਨਾਗਰਿਕ ਹੋ? ਹਾਂਜੀ, ਕਿਹੜੇ ਦੇਸ਼ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਤੇ ਵਿਸਤ੍ਰਿਤ ਸੰਵਿਧਾਨ ਹੈਗਾ? ਭਾਰਤ ਦਾ। ਨੰਬਰ 7, ਪੂਜਾ ਅਤੇ ਕਰਨ ਦੋਨੋਂ ਦੋ ਗੁੱਟਾਂ ਦੇ ਨੇਤਾ ਹਨ। ਉਹਨਾਂ ਦੇ ਵਿਚਾਰ ਇੱਕ ਦੂਜੇ ਤੋਂ ਉਲਟ ਹਨ। ਜਦੋਂ ਵੀ ਇਹਨਾਂ ਦੋਨਾਂ ਗੁੱਟਾਂ ਵਿੱਚ ਝਗੜਾ ਹੁੰਦਾ ਤਾਂ ਰਾਜਨ ਕਿਸੇ ਦਾ ਪੱਖ ਨਹੀਂ ਲੈਂਦਾ। ਦੱਸੋ ਰਾਜਨ ਦੀ ਇਸ ਸਥਿਤੀ ਨੂੰ ਕੀ ਕਵਾਂਗੇ? ਹਾਂਜੀ, ਜਦੋਂ ਅਸੀਂ ਗੁੱਟਾਂ ਤੋਂ ਦੂਰ ਰਹਿੰਦੇ ਤਾਂ ਅਜਿਹੀ ਸਥਿਤੀ ਨੂੰ ਅਸੀਂ ਕਹਿੰਦੇ ਗੁੱਟ ਨਿਰਲੇਪਤਾ, ਗੁੱਟਾਂ ਤੋਂ ਦੂਰ ਰਹਿਣਾ। ਪ੍ਰਸ਼ਨ ਨੰਬਰ 8, ਅੰਸ਼ਿਕਾ ਨੇ ਸਵੇਰ ਦੀ ਸਭਾ ਵਿੱਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਧਰਮ ਨੂੰ ਭਾਰਤ ਵਿੱਚ ਰਾਜ ਧਰਮ ਕਰਾਰ ਨਹੀਂ ਦਿੱਤਾ ਗਿਆ। ਸਰਕਾਰ ਵੱਲੋਂ ਸਾਰੇ ਧਰਮਾਂ ਨੂੰ ਸਮਾਨ ਮੰਨਿਆ ਗਿਆ ਹੈ। ਦੱਸੋ ਅੰਸ਼ਿਕਾ ਨੇ ਭਾਰਤੀ ਸੰਵਿਧਾਨ ਦੀ ਕਿਹੜੀ ਵਿਸ਼ੇਸ਼ਤਾ ਤੇ ਭਾਸ਼ਣ ਦਿੱਤਾ? ਹਾਂਜੀ, ਕਿਹੜੀ ਵਿਸ਼ੇਸ਼ਤਾ ਤੇ ਭਾਸ਼ਣ ਦਿੱਤਾ ਸੀ? ਧਰਮ ਨਿਰਪੱਖਤਾ। ਧਰਮ ਨਿਰਪੱਖਤਾ ਦੇ ਵਿੱਚ ਰਾਜ ਦਾ ਜਾਂ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ। ਪ੍ਰਸ਼ਨ ਨੰਬਰ 9, ਸੰਜਨਾ ਨਿਸ਼ਟਾ ਤੋਂ 3 ਸਾਲ ਵੱਡੀ ਹੈ ਜਦ ਕਿ ਸਿਵਾਂਸ਼ ਨਿਸ਼ਟਾ ਤੋਂ 8 ਸਾਲ ਛੋਟਾ ਹੈ। ਨਿਸ਼ਟਾ ਦੀ ਉਮਰ 16 ਸਾਲ ਹੈ। ਦੱਸੋ ਕਿਸ ਨੂੰ ਸਰਬ ਵਿਆਪਕ ਬਾਲਗ ਮਤ ਅਧਿਕਾਰ ਪ੍ਰਾਪਤ ਹੈ? ਦੇਖੋ ਵੀ ਜਿਹੜੀ ਨਿਸ਼ਟਾ ਹੈਗੀ ਉਹਦੀ ਉਮਰ ਕਿੰਨੀ ਹੈਗੀ? 16 ਸਾਲ। ਠੀਕ ਹੈ, ਸੰਜਨਾ ਨਿਸ਼ਟਾ ਤੋਂ 3 ਸਾਲ ਵੱਡੀ ਹੈ, ਯਾਨੀ ਕਿ ਸੰਜਨਾ ਦੀ ਉਮਰ ਕਿੰਨੀ ਹੋਗੀ ਫਿਰ? 19 ਸਾਲ। 16 ਤੇ 3 19 ਹੈ ਨਾ। ਤਾਂ ਇਹਦੇ ਵਿੱਚੋਂ ਕਿਸ ਨੂੰ ਵੋਟ ਦਾ ਅਧਿਕਾਰ ਹੈ? ਸੰਜਨਾ ਨੂੰ। ਠੀਕ। ਪ੍ਰਸ਼ਨ ਨੰਬਰ 10, ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ 399 ਸੀ, 389, ਪਰ ਦੇਸ਼ ਦੀ ਵੰਡ ਹੋ ਜਾਣ ਕਰਕੇ ਇਸ ਦੇ ਮੈਂਬਰ ਘੱਟ ਹੋ ਗਏ। ਵੰਡ ਤੋਂ ਬਾਅਦ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਰਹਿ ਗਏ ਸੀ? ਹਾਂਜੀ, ਸੰਵਿਧਾਨ ਸਭਾ ਦੇ 299 ਮੈਂਬਰ ਰਹਿ ਗਏ ਸੀ। 90 ਜਿਹੜੇ ਮੈਂਬਰ ਸੀ ਉਹ ਵੱਖ ਹੋ ਗਏ ਸੀ ਸੰਵਿਧਾਨ ਸਭਾ ਤੋਂ। ਪ੍ਰਸ਼ਨ ਨੰਬਰ 11, ਸਮਾਜਿਕ ਭੇਦਭਾਵ ਵਿਰੁੱਧ ਭਾਰਤ ਵਿੱਚ ਹੀ ਨਹੀਂ ਹੋਰਨਾਂ ਦੇਸ਼ਾਂ ਵਿੱਚ ਵੀ ਸੰਘਰਸ਼ ਕੀਤੇ ਗਏ। ਦੱਖਣੀ ਅਫਰੀਕਾ ਵਿੱਚ ਅੰਗਰੇਜ਼ਾਂ ਦੀ ਰੰਗ ਭੇਦ ਦੀ ਨੀਤੀ ਦੇ ਖਿਲਾਫ ਇਸ ਵਿਅਕਤੀ ਨੇ ਲੰਮਾ ਸਮਾਂ ਸੰਘਰਸ਼ ਕੀਤਾ ਅਤੇ 28 ਸਾਲ ਜੇਲ੍ਹ ਵਿੱਚ ਬਿਤਾਏ। ਦੱਖਣੀ ਅਫਰੀਕਾ ਦਾ ਇਹ ਮਹਾਨ ਨੇਤਾ ਕੌਣ ਸੀ? ਹਾਂਜੀ, ਇਹਨਾਂ ਦਾ ਨਾਮ ਸੀ ਨੈਲਸਨ ਮੰਡੇਲਾ। ਨੈਲਸਨ ਮੰਡੇਲਾ ਸੀ। ਇਹਨਾਂ ਨੂੰ ਰੰਗ ਭੇਦ ਦੀ ਨੀਤੀ ਕਰਕੇ 28 ਸਾਲ ਇਹਨਾਂ ਨੂੰ ਅਤੇ ਇਹਨਾਂ ਦੇ ਕੁਝ ਸਾਥੀ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਿਤਾਣੇ ਪਏ। ਪ੍ਰਸ਼ਨ ਨੰਬਰ 12, ਸਾਡੇ ਦੇਸ਼ ਦਾ ਸੰਵਿਧਾਨ ਬਣਾਉਣ ਵਿੱਚ ਅਨੇਕਾਂ ਹੀ ਵਿਦਵਾਨਾਂ ਦਾ ਯੋਗਦਾਨ ਰਿਹਾ, ਪਰ ਭਾਰਤੀ ਸੰਵਿਧਾਨ ਦਾ ਪਿਤਾਮਾ ਕਹਾਉਣ ਦਾ ਮਾਣ ਕਿਸ ਨੂੰ ਹਾਸਲ ਹੈ? ਡਾਕਟਰ ਭੀਮ ਰਾਓ
ਅੰਬੇਦਕਰ। ਕਿਉਂ? ਕਿਉਂਕਿ ਇਹਨਾਂ ਨੇ ਪਹਿਲਾਂ ਦੁਨੀਆ ਦੇ ਬਹੁਤ ਸਾਰੇ ਸੰਵਿਧਾਨਾਂ ਨੂੰ ਪੜ੍ਹਿਆ, ਫਿਰ ਉਹਨਾਂ ਦੇ ਵਿੱਚ ਜਿਹੜੇ ਵਧੀਆ ਵਧੀਆ ਕਾਨੂੰਨ ਸੀ ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਲਾਗੂ ਕੀਤਾ। ਹਾਂਜੀ, ਇਸ ਤੋਂ ਬਾਅਦ ਨੇ ਆਪਣੇ ਕੋਲ ਖਾਲੀ ਥਾਵਾਂ ਭਰੋ। ਨੰਬਰ 1 ਤੇ ਜੇ ਆਪਾਂ ਗੱਲ ਕਰੀਏ, ਡੈਸ਼ ਸੰਵਿਧਾਨ ਸਭਾ ਦੇ ਪ੍ਰਧਾਨ ਸਨ। ਹਾਂਜੀ, ਸੰਵਿਧਾਨ ਸਭਾ ਦੇ ਪ੍ਰਧਾਨ ਸੀ ਡਾਕਟਰ ਰਾਜਿੰਦਰ ਪ੍ਰਸਾਦ। ਡਾਕਟਰ ਰਾਜਿੰਦਰ ਪ੍ਰਸਾਦ। ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕੁੱਲ ਕਿੰਨੇ ਮੈਂਬਰ ਸਨ? ਹਾਂਜੀ, ਕਿੰਨੇ ਸੀ? 389, 399। ਭਾਰਤ ਦੀ ਵੰਡ ਤੋਂ ਬਾਅਦ ਭਾਰਤ ਲਈ ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕੁੱਲ ਕਿੰਨੇ ਮੈਂਬਰ ਰਹਿ ਗਏ ਸੀ? ਹਾਂਜੀ, ਇੱਥੇ ਰਹਿ ਗਏ ਸੀ 299, 299। ਨੰਬਰ 4, ਭਾਰਤੀ ਸੰਵਿਧਾਨ ਦੀ ਪਹਿਲੀ ਸੋਧ ਸਾਲ ਡੈਸ਼ ਵਿੱਚ ਹੋਈ। ਹਾਂਜੀ, ਪਹਿਲੀ ਸੋਧ ਹੋਈ ਸੀ 1951, 1951 ਦੇ ਵਿੱਚ। ਨੰਬਰ 5, ਡੈਸ਼ ਪਲਾਨ ਅਨੁਸਾਰ ਭਾਰਤ ਦੀ ਵੰਡ ਦੀ ਘੋਸ਼ਣਾ ਕੀਤੀ ਗਈ ਸੀ। ਹਾਂਜੀ, ਕਿਹਦਾ ਪਲਾਨ ਸੀ ਉਹ ਪਲਾਨ ਸੀ ਲਾਰਡ ਮਾਊਂਟਬੇਟਨ ਦਾ। ਲਾਰਡ ਮਾਊਂਟਬੇਟਨ। ਇਸ ਵਾਰ ਸਹੀ ਮਿਲਾਨ ਕਰੋ। ਹਾਂਜੀ, ਜਿਹੜੀ ਸੰਸਦੀ ਪ੍ਰਣਾਲੀ ਸੀ ਉਹ ਆਪਾਂ ਲਈ ਸੀ ਬ੍ਰਿਟਿਸ਼ ਤੋਂ, ਇੰਗਲੈਂਡ ਤੋਂ। ਠੀਕ ਹੈ। ਮੌਲਿਕ ਅਧਿਕਾਰ ਸੀ, ਇਹ ਅਸੀਂ ਲਏ ਸੀ USA ਤੋਂ, ਸੰਯੁਕਤ ਰਾਜ ਅਮਰੀਕਾ ਤੋਂ। ਮੌਲਿਕ ਕਰਤੱਵਾਂ ਸੇ ਲਈ ਸੀ ਰੂਸ ਤੋਂ, ਸਾਬਕਾ ਸੋਵੀਅਤ ਸੰਘ ਜਿਹਨੂੰ USSR ਬੋਲਦੇ ਸੀ। ਇਸ ਤੋਂ ਬਾਅਦ ਸੰਵਰਤੀ ਜਿਹੜੀ ਸੂਚੀ ਹੈਗੀ ਉਹ ਅਸੀਂ ਲਈ ਸੀ ਆਸਟ੍ਰੇਲੀਆ ਤੋਂ। ਠੀਕ ਹੈ। ਗਣਤੰਤਰ ਦਾ ਜਿਹੜਾ ਸੰਕਲਪ ਸੀ ਉਹ ਅਸੀਂ ਲਿਆ ਸੀ ਫਰਾਂਸ ਤੋਂ। ਠੀਕ, ਇਹ ਮਿਲਾਨ ਸੀ, ਇਹਨਾਂ ਨੂੰ ਵੀ ਤੁਸੀਂ ਧਿਆਨ ਨਾਲ ਵੇਖ ਲਿਓ। ਇਹਨਾਂ ਦਾ ਮਤਲਬ ਇਹ ਸੀ ਵੀ ਆਹ ਜਿਹੜੇ ਕਾਨੂੰਨ ਸੀ ਇਹ ਅਸੀਂ ਇਹਨਾਂ ਦੇਸ਼ਾਂ ਦੇ ਸੰਵਿਧਾਨਾਂ ਤੋਂ ਪ੍ਰਾਪਤ ਕੀਤੇ ਹੈਗੇ। ਹਾਂਜੀ, ਨੈਕਸਟ ਹੈ ਵੀ ਗਤੀਵਿਧੀ 1, ਪੜ੍ਹੋ ਅਤੇ ਦੱਸੋ। ਇਹ ਦੇਸ਼ ਦਾ ਪਹਿਲਾ ਮੁਖੀ ਲੋਕਾਂ ਦੁਆਰਾ ਸਿੱਧੇ ਤੌਰ ਤੇ ਚੁਣਿਆ ਜਾਂਦਾ ਹੈ। ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਵਿਵਸਥਾ ਮੌਜੂਦ ਹੈ। ਇਸੇ ਕਰਕੇ ਭਾਰਤ ਲੋਕਤੰਤਰ ਹੋਣ ਦੇ ਨਾਲ ਨਾਲ ਡੈਸ਼ ਦੇਸ਼ ਵੀ ਹੈ। ਕਿਹੜਾ ਦੇਸ਼ ਵੀ ਹੈ? ਗਣਤੰਤਰ। ਗਣਤੰਤਰ ਉਹ ਹੁੰਦਾ ਗਾ ਜਿੱਥੇ ਦੇਸ਼ ਦਾ ਮੁਖੀ ਲੋਕਾਂ ਦੁਆਰਾ ਸਿੱਧੇ ਜਾਂ ਸਿੱਧੇ ਤੌਰ ਤੇ ਚੁਣਿਆ ਜਾਂਦਾ ਹੈਗਾ। ਤਾਂ ਇਸ ਦੱਸੋ ਇਸ ਤਰ੍ਹਾਂ ਦੇ ਦੇਸ਼ ਨੂੰ ਕੀ ਕਹਿੰਦੇ? ਵੀ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਲੋਕਤੰਤਰੀ ਗਣਰਾਜ। ਠੀਕ। ਗਤੀਵਿਧੀ 2, ਪੜ੍ਹੋ ਅਤੇ ਦੱਸੋ। ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਅਤੇ ਨਸਲਾਂ ਦੇ ਲੋਕ ਰਹਿੰਦੇ ਹੈਗੇ। ਕਿਸੇ ਨੂੰ ਵੀ ਧਰਮ ਨੂੰ ਰਾਜ ਦਾ ਧਰਮ ਨਹੀਂ ਮੰਨਿਆ ਜਾਂਦਾ। ਸਾਰੇ ਧਰਮਾਂ ਨੂੰ ਸਮਾਨ ਮੰਨਿਆ ਜਾਂਦਾ ਗਾ। ਹਰੇਕ ਵਿਅਕਤੀ ਨੂੰ ਧਾਰਮਿਕ ਆਜ਼ਾਦੀ ਦਿੱਤੀ ਜਾਂਦੀ ਹੈ। ਰਾਜ ਦੁਆਰਾ ਧਰਮ ਦੇ ਆਧਾਰ ਤੇ ਕਿਸੇ ਵੀ ਵਿਦਿਅਕ ਸੰਸਥਾ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਦੱਸੋ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਇਸ ਵਿਵਸਥਾ ਨੂੰ ਕੀ ਕਿਹਾ ਗਿਆ ਹੈ? ਹਾਂਜੀ, ਇਸ ਨੂੰ ਕੀ ਕਿਹਾ ਗਿਆ ਵੀ? ਇਹਨੂੰ ਅਸੀਂ ਬੋਲ ਦਿਆਂਗੇ ਧਰਮ ਨਿਰਪੱਖ। ਧਰਮ ਨਿਰਪੱਖਤਾ। ਧਰਮ ਨਿਰਪੱਖਤਾ। ਗਤੀਵਿਧੀ 3, ਹੇਠਾਂ ਲਿਖੀ ਪੂਰਨ ਪ੍ਰਭੂਸੱਤਾ ਦੀ ਜਾਣਕਾਰੀ ਬਾਰੇ ਹਾਂ ਜਾਂ ਨਾ ਵਿੱਚ ਉੱਤਰ ਦਿਓ। ਪਹਿਲਾਂ ਦੇਖੋ, ਸੰਪੂਰਨ ਪ੍ਰਭੂਸੱਤਾ ਰਾਜ ਆਪਣੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਸੁਤੰਤਰ ਹੈ। ਹਾਂਜੀ, ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਦੇਸ਼ ਹੈ। ਇਹ ਵੀ ਸਹੀ ਹੈ। ਹਾਂਜੀ, ਭਾਰਤ ਆਪਣੀ ਘਰੇਲੂ ਤੇ ਵਿਦੇਸ਼ੀ ਨੀਤੀ ਦਾ ਨਿਰਮਾਣ ਕਿਸੇ ਵੀ ਬਾਹਰੀ ਦੇਸ਼ ਦੇ ਦਬਾਅ ਹੇਠ ਆ ਕੇ ਨਹੀਂ ਕਰਦਾ। ਹਾਂਜੀ, ਇਹ ਵੀ ਸਹੀ ਹੈ। ਹਾਂ, ਦੂਜੇ ਵਿਸ਼ਵ ਯੁੱਧ ਵਿੱਚ ਭਾਰਤ ਨੇ ਗੁੱਟ ਨਿਰਲੇਪਤਾ ਦੀ ਨੀਤੀ ਨਹੀਂ ਅਪਣਾਈ। ਠੀਕ ਹੈ, ਇਹ ਗਲਤ ਹੈ। ਗੁੱਟ ਨਿਰਲੇਪਤਾ ਦੀ ਨੀਤੀ ਅਪਣਾਈ ਸੀ। ਪਹਿਲੇ 3 ਹਾਂ, ਲਾਸਟ ਵਾਲਾ ਨਾ। ਗਤੀਵਿਧੀ 4, ਪਾਠ ਪੁਸਤਕ ਵਿੱਚ ਕੀਤੇ ਗਏ ਅਧਿਐਨ ਦੇ ਆਧਾਰ ਤੇ ਹੇਠਾਂ ਦਿੱਤੇ ਮਾਈਂਡ ਮੈਪ ਨੂੰ ਪੂਰਾ ਕਰੋ। ਠੀਕ ਹੈ, ਤਾਂ ਦੇਖੋ ਜਿਹੜਾ ਫਸਟ ਹੈ ਇੱਥੇ ਅਸੀਂ ਲਿਖਾਂਗੇ ਕੇਂਦਰ ਦੁਆਰਾ ਰਾਜਪਾਲਾਂ ਦੀ ਨਿਯੁਕਤੀ। ਕੇਂਦਰ ਰਾਹੀਂ
ਕੇਂਦਰ ਰਾਹੀਂ ਰਾਜਪਾਲਾਂ ਦੀ ਨਿਯੁਕਤੀ। ਇਸ ਤੋਂ ਬਾਅਦ ਆ ਗਿਆ ਇਕਹਿਰੀ ਨਾਗਰਿਕਤਾ। ਇਸ ਕਾਲਮ ਦੇ ਵਿੱਚ ਤੁਸੀਂ ਲਿਖੋਗੇ ਸਰਬ ਭਾਰਤੀ ਸਿਵਲ ਸੇਵਾਵਾਂ। ਸਰਬ ਭਾਰਤੀ ਸਿਵਲ ਸੇਵਾਵਾਂ, ਜਿਵੇਂ IAS ਹੋ ਗਿਆ, IPS ਹੋ ਗਿਆ ਨਾ, IFS ਹੋ ਗਿਆ, ਇਹ ਸਾਰੀਆਂ ਸੇਵਾਵਾਂ। ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਹੋ ਗਈਆਂ। ਇਸ ਤੋਂ ਬਾਅਦ ਲਾਸਟ ਤੇ ਤੁਸੀਂ ਇੱਥੇ ਲਿਖਦੇ ਹੋ ਰਾਜਾਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ। ਰਾਜਾਂ ਦੇ ਝਗੜਿਆਂ ਦਾ ਕੇਂਦਰ ਦੁਆਰਾ ਨਿਪਟਾਰਾ। ਰਾਜਾਂ ਦੇ ਝਗੜਿਆਂ ਦਾ ਕੇਂਦਰ ਦੁਆਰਾ ਨਿਪਟਾਰਾ। ਠੀਕ, ਤਾਂ ਇਹ ਸੀ ਤੁਹਾਡਾ ਜਿਹੜੀ ਗਤੀਵਿਧੀ 4 ਸੀ, ਮਾਈਂਡ ਮੈਪ ਨੂੰ ਪੂਰਾ ਕਰਨਾ। ਤੇ ਇੱਥੋਂ ਤੱਕ ਤੁਸੀਂ ਜਿਹੜਾ ਤੁਹਾਡਾ ਪਾਰਟ ਨੰਬਰ 11 ਸੀ ਇਹਦੇ ਨਾਲ ਕੰਪਲੀਟ ਹੋ ਗਿਆ। ਇਸ ਨੂੰ ਤੁਸੀਂ ਆਪਣੀ ਵਰਕਬੁੱਕ ਤੇ ਸਾਫ਼-ਸਾਫ਼ ਲਿਖਾਈ ਦੇ ਵਿੱਚ ਨੋਟ ਕਰ ਲਿਓ। ਇਸ ਤੋਂ ਬਾਅਦ ਜਿਹੜਾ ਅਗਲੇ ਪਾਠ ਹੈ ਉਹ ਵੀ ਤੁਹਾਡੇ ਲਈ ਜਲਦੀ ਹੱਲ ਕਰਾਂਗੇ। ਠੀਕ ਹੈ ਬੇਟਾ ਜੀ, ਓਕੇ, ਥੈਂਕ ਯੂ।